ਹੈਲੋ ਸਟੂਡੈਂਟਸ, तो ਅੱਜ ਅਸੀਂ ਕਰਾਂਗੇ 9th ਕਲਾਸ ਦਾ ਸੀ ਪਾਰਟ 3rd ਚੈਪਟਰ ਦਾ, ਦੈਟ ਇਜ਼ ਦਾ ਲੀਨੀਅਰ ਮੋਮੈਂਟਮ ਐਂਡ ਨਿਊਟਨਸ ਸੈਕਿੰਡ ਲਾ ਆਫ ਮੋਸ਼ਨ। ਤੋ ਲੀਨੀਅਰ ਮੋਮੈਂਟਮ ਕੀ ਹੁੰਦੀ ਆ? ਲੀਨੀਅਰ ਮੋਮੈਂਟਮ ਨੂੰ ਅਸੀਂ ਇਹ ਵੀ ਬੋਲ ਸਕਦੇ ਹਾਂ ਕੁਆਂਟਿਟੀ ਆਫ ਮੋਸ਼ਨ ਇਨਸਾਈਡ ਦਾ ਬੋਡੀ। ਕਿਸੇ ਬੋਡੀ ਦੇ ਵਿੱਚ ਕਿੰਨੀ ਕੁਆਂਟਿਟੀ ਆ ਮੋਸ਼ਨ ਦੀ, ਉਹਨੂੰ ਫਾਈਂਡ ਆਊਟ ਕਰਨ ਲਈ ਸਾਨੂੰ ਦੋ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ, ਬੋਡੀ ਦੇ ਮਾਸ ਦੀ ਤੇ ਸੈਕਿੰਡ ਬੋਡੀ ਦੀ ਵੈਲੋਸਿਟੀ ਦੀ। ਵੀ ਮੀਨਸ ਬੋਡੀ ਦੇ ਮਾਸ ਨੂੰ ਜੇਕਰ ਉਹਦੀ ਵੈਲੋਸਿਟੀ ਦੇ ਨਾਲ ਮਲਟੀਪਲਾਈ ਕਰ ਦਈਏ ਤੇ ਜਿਹੜੀ ਟਰਮ ਬਣੂਗੀ ਉਹਨੂੰ ਅਸੀਂ ਕੀ ਬੋਲਦੇ ਹਾਂ? ਲੀਨੀਅਰ ਮੋਮੈਂਟਮ। ਠੀਕ ਹੈ ਜੀ। The force needed to stop a moving body in defined time depends both on the mass of the body and its velocity। ਜੇ ਕੋਈ ਬੋਡੀ m ਮਾਸ ਦੀ v ਵੈਲੋਸਿਟੀ ਨਾਲ ਮੂਵ ਕਰ ਰਹੀ ਆ, ਜਿਹੜੀ ਉਹਨੂੰ ਆਪਾਂ ਇੱਕ ਫੋਰਸ ਚਾਹੀਦੀ ਆ ਉਹਨੂੰ ਇੱਕ ਡਿਫਾਈਨਡ ਟਾਈਮ 'ਚ ਰੋਕਣ ਦੇ ਲਈ, ਉਹ ਮਾਸ ਤੇ ਵੈਲੋਸਿਟੀ ਤੇ ਡਿਪੈਂਡ ਕਰਦੀ ਹੈ। ਠੀਕ ਹੈ ਜੀ। ਸੋ ਐਕਚੁਅਲੀ ਦਾ ਫੋਰਸ ਨੀਡਡ ਟੂ ਸਟੋਪ ਏ ਮੂਵਿੰਗ ਬੋਡੀ ਇਨ ਏ ਗਿਵਨ ਟਾਈਮ ਡਿਪੈਂਡਸ ਔਨ ਦੀ ਪ੍ਰੋਡਕਟ ਆਫ ਮਾਸ ਐਂਡ ਵੈਲੋਸਿਟੀ ਵਿਚ ਇਜ਼ ਕੋਲਡ ਦਾ ਲੀਨੀਅਰ ਮੋਮੈਂਟਮ ਆਫ ਦੀ ਮੂਵਿੰਗ ਬੋਡੀ। ਮੀਨਸ ਕਿਸੇ ਬੋਡੀ ਨੂੰ ਜਿਹੜਾ ਆਪਾਂ ਇੱਕ ਗਿਵਨ ਟਾਈਮ 'ਚ ਰੋਕਣਾ, ਉਹ ਕਿਤੇ ਡਿਪੈਂਡ ਕਰਦਾ ਉਹਦੀ ਲੀਨੀਅਰ ਮੋਮੈਂਟਮ ਤੇ। ਜਿੰਨੀ ਜ਼ਿਆਦਾ ਉਹਦੀ ਲੀਨੀਅਰ ਮੋਮੈਂਟਮ ਹੋਏਗੀ ਉਨੀ ਸਾਨੂੰ ਗਿਵਨ ਟਾਈਮ ਦੇ ਵਿੱਚ ਰੋਕਣ ਦੇ ਲਈ ਫੋਰਸ ਜ਼ਿਆਦਾ ਚਾਹੀਦੀ ਹੋਏਗੀ। ਜਿੰਨੀ ਘੱਟ ਲੀਨੀਅਰ ਮੋਮੈਂਟਮ ਹੋਏਗੀ ਉਨੀ ਹੀ ਇੱਕ ਗਿਵਨ ਟਾਈਮ 'ਚ ਬੋਡੀ ਨੂੰ ਸਟੋਪ ਕਰਨ ਲਈ ਜਿਹੜੀ ਫੋਰਸ ਚਾਹੀਦੀ ਹੈ ਉਹ ਘੱਟ ਹੋਏਗੀ। ਜਿੰਨੀ ਲੀਨੀਅਰ ਮੋਮੈਂਟਮ ਜ਼ਿਆਦਾ ਹੋਏਗੀ ਉਨੀ ਜ਼ਿਆਦਾ ਫੋਰਸ ਚਾਹੀਦੀ ਹੋਏਗੀ। ਠੀਕ ਹੈ ਜੀ। ਸੋ ਲੀਨੀਅਰ ਮੋਮੈਂਟਮ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦੀ ਫੋਰਸ ਨੀਡਡ ਟੂ ਸਟੋਪ ਏ ਬੋਡੀ ਇਨ ਗਿਵਨ ਟਾਈਮ। ਕਲੀਅਰ ਹੈ ਇਹ ਗੱਲ? ਲੀਨੀਅਰ ਮੋਮੈਂਟਮ ਆਫ ਏ ਬੋਡੀ ਇਜ਼ ਦਾ ਪ੍ਰੋਡਕਟ ਆਫ ਮਾਸ ਐਂਡ ਵੈਲੋਸਿਟੀ। ਲੀਨੀਅਰ ਮੋਮੈਂਟਮ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਸਮੋਲ p ਦੇ ਨਾਲ। ਇਟ ਇਜ਼ ਏ ਵੈਕਟਰ ਕੁਆਂਟਿਟੀ। ਵੈਕਟਰ ਕੁਆਂਟਿਟੀ ਉਹ ਕੁਆਂਟਿਟੀ ਜਿਹਦੀ ਕੋਈ ਡਾਇਰੈਕਸ਼ਨ ਹੋਵੇ। ਇਹਦੀ ਡਾਇਰੈਕਸ਼ਨ ਕਿਹੜੀ ਹੁੰਦੀ ਹੈ ਲੀਨੀਅਰ ਮੋਮੈਂਟਮ ਦੀ? ਇਟਸ ਡਾਇਰੈਕਸ਼ਨ ਇਜ਼ ਦੈਟ ਆਫ ਦੀ ਵੈਲੋਸਿਟੀ। ਜੇਕਰ ਇੱਕ ਬਾਕਸ v ਵੈਲੋਸਿਟੀ ਨਾਲ ਇਸ ਦਿਸ਼ਾ ਦੇ ਵਿੱਚ ਮੂਵ ਕਰ ਰਿਹਾ m ਮਾਸ ਦਾ, ਫਿਰ ਉਹਦੀ ਮੋਮੈਂਟਮ ਕਿੰਨੀ ਹੋਏਗੀ? m ਇੰਟੂ v ਐਂਡ ਇਟਸ ਡਾਇਰੈਕਸ਼ਨ ਇਜ਼ ਇਨ ਦੀ ਡਾਇਰੈਕਸ਼ਨ ਆਫ ਵੈਲੋਸਿਟੀ। ਜਿੱਧਰ ਨੂੰ ਵੈਲੋਸਿਟੀ ਉੱਧਰ ਨੂੰ ਹੀ ਬੋਡੀ ਦੀ ਕੀ ਹੋਏਗੀ? ਮੋਮੈਂਟਮ। ਕਲੀਅਰ? ਦੈਨ ਨੈਕਸਟ, ਸੋ ਇਹਦੇ SI ਯੂਨਿਟ ਕੀ ਬਣਨਗੇ ਮੋਮੈਂਟਮ ਦੇ? ਮਾਸ ਦੇ ਯੂਨਿਟਸ ਕਿਲੋਗ੍ਰਾਮ ਐਂਡ ਵੈਲੋਸਿਟੀ ਦੇ ਯੂਨਿਟ ਮੀਟਰ ਪਰ ਸੈਕਿੰਡ। So its SI unit is kilogram meter per second and CGS unit is mass the unit gram and velocity the unit centimeter per second. So its CGS unit is gram centimeter per second. Now ਹੁਣ ਜਦੋਂ ਆਪਾਂ ਬੋਡੀ ਦੇ ਉੱਤੇ ਫੋਰਸ ਲਗਾਉਂਦੇ ਹਾਂ, ਬੋਡੀ ਦੀ ਮੋਮੈਂਟਮ ਕੀ ਹੁੰਦੀ ਹੈ? ਚੇਂਜ ਇਨ ਮੋਮੈਂਟਮ ਦਾ ਮਤਲਬ ਕੀ ਹੈ? ਹੁਣ ਜਦੋਂ ਆਪਾਂ ਬੋਡੀ ਤੇ ਫੋਰਸ ਲਗਾਉਂਦੇ ਹਾਂ ਉਹਦਾ ਮਾਸ ਤਾਂ ਚੇਂਜ ਹੁੰਦਾ ਨਹੀਂ, ਕੀ ਚੇਂਜ ਹੁੰਦੀ? ਉਹਦੀ ਵੈਲੋਸਿਟੀ। ਸੋ ਡੈਲਟਾ p ਚੇਂਜ ਇਨ ਮੋਮੈਂਟਮ ਇਜ਼ ਇਕੁਅਲ ਟੂ ਦੀ m ਇੰਟੂ ਡੈਲਟਾ v। m ਇੰਟੂ ਡੈਲਟਾ v ਚੇਂਜ ਇਨ ਵੈਲੋਸਿਟੀ। ਸੋ ਚੇਂਜ ਇਨ ਮੋਮੈਂਟਮ ਕਿਤੇ ਡਿਪੈਂਡ ਕਰਦੀ? ਡਾਇਰੈਕਟਲੀ ਚੇਂਜ ਇਨ ਵੈਲੋਸਿਟੀ ਦੇ ਉੱਤੇ। ਠੀਕ ਹੈ ਜੀ। ਸੋ ਇਹ ਤੁਸੀਂ ਆ ਪੁਆਇੰਟ ਸਿੱਧਾ ਇੱਥੋਂ ਆ ਲਰਨ ਕਰਨਾ, ਡੈਲਟਾ p ਇਜ਼ ਇਕੁਅਲ ਟੂ ਦੀ m ਡੈਲਟਾ v ਬਿਕੋਜ਼ ਮਾਸ ਰਿਮੇਨਸ ਕੌਨਸਟੈਂਟ। ਤੇ ਇਨ ਕੇਸ ਆਫ ਅਟੋਮਿਕ ਪਾਰਟੀਕਲਸ, ਜੇਕਰ ਆਪਾਂ ਬਹੁਤ ਛੋਟੇ ਪਾਰਟੀਕਲਸ ਦੀ ਗੱਲ ਕਰੀਏ, ਵੈਲੋਸਿਟੀ ਆਫ ਲਾਈਟ ਨਾਲ ਮੂਵ ਕਰਦੇ ਆ, ਇਟ ਵਾਜ਼ ਓਬਜ਼ਰਵਡ ਦੈਟ ਦਾ ਮਾਸ ਆਫ ਦੀ ਪਾਰਟੀਕਲ ਡਜ਼ ਨੋਟ ਰਿਮੇਨ ਕੌਨਸਟੈਂਟ। ਉਹਨਾਂ ਦੇ ਕੇਸ ਦੇ ਵਿੱਚ ਜਿਹੜਾ ਮਾਸ ਹੁੰਦਾ ਨਾ ਉਹ ਕੌਨਸਟੈਂਟ ਨਹੀਂ ਹੁੰਦਾ। ਉਹ ਕਿਹੜੇ ਫਾਰਮੂਲੇ ਦੇ ਅਕੋਰਡਿੰਗ ਵੇਰੀ ਕਰਦਾ? ਆਹ ਵਾਲੇ ਫਾਰਮੂਲੇ ਦੇ ਅਕੋਰਡਿੰਗ। m ਇਜ਼ ਇਕੁਅਲ ਟੂ ਦੀ m ਨੋਟ 1 ਮਾਈਨਸ v ਬਾਈ c ਦਾ ਸਕੁਅਰ ਅੰਡਰ ਰੂਟ। m ਨੋਟ ਡਿਵਾਈਡਡ ਬਾਈ, ਇੱਥੇ ਡਿਵਾਈਡਡ ਦਾ ਵੀ ਸਾਈਨ ਹੈਗਾ, ਇਹ ਧਿਆਨ ਰੱਖਿਓ, ਡਿਵਾਈਡਡ ਬਾਈ 1 ਮਾਈਨਸ v ਬਾਈ c ਦਾ ਸਕੁਅਰ ਦਾ ਅੰਡਰ ਰੂਟ। ਹੁਣ ਇੱਥੇ v ਕੀ ਚੀਜ਼ ਆ? v ਹੈਗੀ ਆ ਵੈਲੋਸਿਟੀ ਆਫ ਦੀ ਪਾਰਟੀਕਲ, c ਇਜ਼ ਦਾ ਸਪੀਡ ਆਫ ਦੀ ਲਾਈਟ। ਸਪੀਡ ਆਫ ਦੀ ਲਾਈਟ c ਆ ਤੇ v ਇਜ਼ ਦਾ ਵੈਲੋਸਿਟੀ ਆਫ ਪਾਰਟੀਕਲ ਐਂਡ m ਨੋਟ ਕੀ ਆ? ਰੈਸਟ ਮਾਸ। ਰੈਸਟ ਵਾ ਜਿਹੜਾ ਰੈਸਟ ਦੇ ਵਿੱਚ ਬੋਡੀ ਦਾ ਮਾਸ, ਪਾਰਟੀਕਲ ਦਾ ਮਾਸ ਆ। ਠੀਕ ਹੈ ਜੀ। ਇਨ ਸੱਚ ਏ ਕੇਸ ਵੀ ਕੈਨੋਟ ਰਾਈਟ, ਇਹਨੂੰ ਇੱਦਾਂ ਨਹੀਂ ਲਿਖ ਸਕਦੇ ਅਟੋਮਿਕ ਪਾਰਟੀਕਲ ਦੇ ਕੇਸ ਦੇ ਵਿੱਚ। the relation is true only if the velocity v of the moving particle is much smaller than that of v c। ਜੇਕਰ ਜਿਹੜੀ v ਆ ਉਹ ਬਹੁਤ ਛੋਟੀ ਆ c ਤੋਂ, ਫਿਰ ਹੀ ਆ ਰਿਲੇਸ਼ਨ ਟਰੂ ਆ। it happens when the velocity of particle is of the order 10⁶ or above or less than this, sorry। ਇਹ ਉਦੋਂ ਹੀ ਆ ਜਿਹੜਾ ਫਾਰਮੂਲਾ ਲੱਗਦਾ ਵਾ when the velocity of particle is of the order 10⁶ or less than this, then the variation in mass with the velocity is small enough and mass can be considered to be constant। ਅਸੀਂ ਮਾਸ ਨੂੰ ਕੌਨਸਟੈਂਟ ਉਦੋਂ ਗਿਣਦੇ ਹਾਂ ਜੇਕਰ ਪਾਰਟੀਕਲ ਦੀ ਵੈਲੋਸਿਟੀ 10⁶ ਤੋਂ ਘੱਟ ਵਾ। ਜੇਕਰ ਜ਼ਿਆਦਾ ਹੋ ਗਈ ਨਾ 10⁶ ਤੋਂ ਵੈਲੋਸਿਟੀ, ਫਿਰ ਅਸੀਂ ਮਾਸ ਨੂੰ ਵੀ ਕੀ ਮੰਨਦੇ ਹਾਂ? ਚੇਂਜਿੰਗ ਮੰਨਦੇ ਹਾਂ ਚੇਂਜਿੰਗ ਮੰਨਦੇ ਹਾਂ ਇਹਨੂੰ। ਠੀਕ ਹੈ ਜੀ। ਕਿਹੜੇ ਫਾਰਮੂਲੇ ਦੇ ਅਕੋਰਡਿੰਗ? ਆਹ ਵਾਲੇ ਫਾਰਮੂਲੇ ਦੇ ਅਕੋਰਡਿੰਗ। m ਜਿਹੜਾ ਵਾ ਉਹਦਾ ਮੂਵਿੰਗ ਮਾਸ ਆ ਬੋਡੀ ਦਾ, m ਨੋਟ ਰੈਸਟ ਮਾਸ ਆ, v ਵੈਲੋਸਿਟੀ ਆ, c ਸਪੀਡ ਆਫ ਲਾਈਟ ਆ। ਕਲੀਅਰ? ਸੋ ਇਹ ਜਿਹੜਾ ਫਾਰਮੂਲਾ ਹੈ ਆਲਵੇਜ਼ ਟਰੂ ਆ। ਡੈਲਟਾ p ਇਜ਼ ਇਕੁਅਲ ਟੂ ਦੀ ਡੈਲਟਾ m v ਵਾਲਾ ਇਹ ਆਲਵੇਜ਼ ਟਰੂ ਆ। ਵੈਦਰ ਮਾਸ m ਵੇਰੀਜ਼ ਔਰ ਇਟ ਰਿਮੇਨਸ ਕੌਨਸਟੈਂਟ, ਤਾਂ ਵੀ ਇਹ ਟਰੂ ਰਹੇਗਾ। ਇਹਦਾ ਮਤਲਬ ਅਸੀਂ ਆਹ ਵਾਲਾ ਫਾਰਮੂਲਾ ਹੀ ਲਿਖਦੇ ਹਾਂ ਅਟੋਮਿਕ ਪਾਰਟੀਕਲਸ ਦੇ ਕੇਸ ਦੇ ਵਿੱਚ। ਨੈਕਸਟ ਇਜ਼ ਦਾ ਰੇਟ।
ਰੇਟ ਆਫ ਚੇਂਜ ਆਫ ਮੋਮੈਂਟਮ। ਰੇਟ ਜਿੱਥੇ ਵਰਡ ਆ ਗਿਆ ਨਾ ਉੱਥੇ ਕਿਹਦੇ ਨਾਲ ਡਿਵਾਈਡ ਕਰਨਾ, ਆਲਵੇਜ਼ ਟਾਈਮ ਨਾਲ ਡਿਵਾਈਡ ਕਰਨਾ। ਚੇਂਜ ਆਫ ਮੋਮੈਂਟਮ ਡਿਵਾਈਡਡ ਬਾਏ ਟਾਈਮ ਟੇਕਨ, ਚੇਂਜ ਆਫ ਮੋਮੈਂਟਮ ਡਿਵਾਈਡਡ ਬਾਏ ਟਾਈਮ ਟੇਕਨ। Let when a force is applied on a moving body, its velocity changes due to change in velocity, its momentum changes. Let a force F applied on a mass m in time for time t, due to which its velocity changes from u to v. Initial momentum of body mu, final mv. Change in momentum is mv minus mu, that is mv minus u. Rate of change of momentum is equal to the change in momentum divided by time. Rate of change of momentum किहदे इक्वल होगी भी, चेंज इन मोमेंटम बटा टाइम, किन्ने टाइम च होई एम वी माइनस यू बटा टी। एक्सैलरेशन किहदे इक्वल हुंदी है, चेंज इन वेलोसिटी बटा टाइम दे हुंदी है ना। तो एक्सैलरेशन की फार्मूले जिथे वैल्यू भर दो, इसका मतलब रेट ऑफ चेंज ऑफ मोमेंटम किहदे इक्वल आ, मास गुना एक्सैलरेशन। दिस रिलेशन होल्ड्स ट्रू वैन द मास ऑफ द बॉडी रिमेन्स कॉन्सटेंट। उदों ही रिलेशन लगता, आपां ये मन चुके हैं भी मास ना बॉडी का कॉन्सटेंट आ, ये मान लिया वा असीं। वैन ए फोर्स एक्स ऑन ए बॉडी, आपां ये मान लिया वेलोसिटी थोड़ी है, स्पीड ऑफ लाइट नालों थोड़ी है, ठीक है जी। The rate of change in momentum of the body is equal to the product of mass of the body and acceleration produced in body, provided that the mass of the body remains constant। ਇਹ ਇੱਥੋਂ ਰਿਲੇਸ਼ਨ ਹੋ ਗਿਆ, ਠੀਕ ਹੈ ਜੀ। ਅਲਟਰਨੇਟਿਵ ਮੈਥਡ ਇਹਦਾ ਅਸੀਂ ਕਿੱਦਾਂ ਕੱਢ ਸਕਦੇ ਹਾਂ, ਫੋਰ ਏ ਬੋਡੀ ਆਫ ਮਾਸ m ਮੂਵਿੰਗ ਵਿਦ ਵੈਲੋਸਿਟੀ v, its momentum is this one in time delta t, if delta p is the change in momentum force ਲੱਗਣ ਕਰਕੇ, then the rate of change of linear momentum is delta p by delta t, delta m b upon delta t। ਐਮ ਵਿੱਚੋਂ ਬਾਹਰ ਕੱਢ ਲੈਣਾ ਕਿਉਂਕਿ ਐਮ ਨੂੰ ਅਸੀਂ ਕੀ ਮੰਨਿਆ, ਕੌਨਸਟੈਂਟ। ਐਮ ਡੈਲਟਾ ਵੀ ਪੌਨ ਡੈਲਟਾ ਟੀ, ਡੈਲਟਾ ਵੀ ਪੌਨ ਡੈਲਟਾ ਟੀ ਇਜ਼ ਇਕੁਅਲ ਟੂ ਦੀ ਐਕਸੈਲਰੇਸ਼ਨ, ਸੋ ਡੈਲਟਾ ਪੀ ਬਾਈ ਡੈਲਟਾ ਟੀ ਰੇਟ ਆਫ ਚੇਂਜ ਆਫ ਮੋਮੈਂਟਮ ਇਜ਼ ਇਕੁਅਲ ਟੂ ਦੀ ਮਾਸ ਇਨਟੂ ਐਕਸੈਲਰੇਸ਼ਨ। ਇਸ ਤੋਂ ਬਾਅਦ ਹੁਣ ਸ਼ੁਰੂ ਹੋਏਗਾ ਨਿਊਟਨਸ ਦਾ ਸੈਕਿੰਡ ਲਾ ਆਫ ਮੋਸ਼ਨ। ਨਿਊਟਨ ਦਾ ਪਹਿਲਾ ਲਾ ਤਾਂ ਅਸੀਂ ਪਹਿਲੇ ਪੜ੍ਹਿਆ ਸੀ, ਉਹਦੇ ਵਿੱਚ ਕਿਸੇ ਵੀ ਬੋਡੀ ਜੇ ਰੈਸਟ 'ਚ ਆ ਤੇ ਰੈਸਟ 'ਚ ਰਹੂਗੀ, ਜਾਂ ਮੋਸ਼ਨ 'ਚ ਆ ਤੇ ਮੋਸ਼ਨ 'ਚ ਰਹੂਗੀ, ਜਦ ਤੱਕ ਉਹਦੇ 'ਤੇ ਕੋਈ ਫੋਰਸ ਨਹੀਂ ਲੱਗਦੀ, ਠੀਕ ਹੈ ਜੀ। ਹੁਣ ਆਪਾਂ ਨਿਊਟਨ ਦਾ ਸੈਕਿੰਡ ਲਾ ਪੜ੍ਹਨਾ ਵਾ, ਅਗਲੀ ਵੀਡੀਓ ਦੇ ਵਿੱਚ ਇਹਨੂੰ ਪੜ੍ਹਾਂਗੇ। ਥੈਂਕ ਯੂ ਫੋਰ ਵਾਚਿੰਗ।